वक्त हमारे साथ मकतूल अली रज़ा के वालिद मौजूद हैं, जिनके बेटे को इन्हीं के मुलाजिम ने बेदर्दी से कईयों के वार करके मौत के घाट उतार दिया। बड़ा ही अफसोसनाक ये वाक़या है। कैसे ये कत्ल की वारदात हो गई और कब से ये मुलाजिम आपके पास था? इफ्तिखार उर्फ लब्बा ये साढ़े नाल 2-3 साल तो है सी। ठीक है, छोटे तो ਜਦੋਂ ਖਾਣਾ ਪੀਣਾ ਸਾਡੇ ਕੋਲ ਸਾਡੇ ਨਾਲ ਇਹਨਾਂ ਦੇ ਹਵੇਲੀ ਸੀ, ਇਹ ਸਾਡੇ ਨਾਲ ਲੱਗ ਪਿਆ ਨੌਕਰ। ਅੱਛਾ, ਰਹਿਣ ਵਾਲਾ ਵੀ ਇੱਧਰ ਦੇ ਹੀ ਸੀ? ਹਾਂਜੀ, ਇੱਥੋਂ ਦਾ ਇੱਥੇ ਮੇਰੀ ਹਵੇਲੀ ਇੱਥੇ ਨਾਲ ਇਹਨਾਂ ਦੀ। ਸਾਰਾ ਕੁਝ ਡੰਗਰੇ ਤੇ ਮੇਰੇ ਲੈ ਲਿਆ। ਅਸੀਂ ਮੈਨੂੰ ਤਨਖਾਹ ਦਿੰਦੇ ਨੇ, ਨਾਲ ਕੰਮ ਕਾਰ ਕਰਦੇ ਨੇ। ਇਹਦੀ ਖਾਹਿਸ਼ ਇਹ ਸੀ ਕਿ ਮੈਂ ਹੀ ਇਹਨਾਂ ਕੋਲ ਰਹਾਂ, ਹੋਰ ਨਾ। ਸਾਨੂੰ ਇਹ ਵਾਰਾ ਨਹੀਂ ਸਿਖਾਉਂਦਾ। ਮੇਰਾ ਬੇਟਾ ਵੀ ਸਾਨੂੰ ਮਹਿੰਗਾ ਪੈਂਦਾ ਕਿ ਡੰਗਰਾਂ ਦਾ, ਇਹਦੇ 5-4 ਡੰਗਰ ਨੇ, ਅੱਗੋਂ ਇਹ ਖੁਦ ਕੰਮ ਨਹੀਂ ਕਰਦਾ, ਇਹ ਕਿਸੇ ਹੋਰ ਬੰਦੇ ਨਾਲ ਜਾ ਕੇ ਪੱਠੇ ਵਡਾਉਂਦਾ, ਉਹਨੂੰ 2 ਪੰਡਾ ਉਹਨੂੰ ਦੇ ਦਿੰਦਾ ਤੇ ਸਾਨੂੰ ਇਹ ਮਹਿੰਗਾ ਪੈਂਦਾ। ਉਹਨੇ ਡੰਗਰ ਸਾਡੇ, ਉਹਨੇ ਲੋਕਾਂ ਦੇ ਨਾਲ ਮਤਲਬ ਨੁਕਸਾਨ ਕਰਦਾ ਹੈ। 1-2 ਵਾਰੀ ਉਹਨਾਂ ਨੂੰ ਤੇਲ ਕੱਢਦਿਆਂ ਵੇਖ ਲਿਆ, ਟਰੈਕਟਰ 'ਚ ਚੋਰੀ, ਟਰੈਕਟਰ ਖੋਤਾ ਨਾ ਕੱਢ ਕੇ ਤੇ ਆਪਣੀ ਥੋੜੀ ਜਿਹੀ ਜ਼ਮੀਨ ਸੀ, ਉਹਨੂੰ ਇਹ ਪਾਣੀ ਖਾ ਦੇ। ਵਾਰੀ ਉਹ ਫਿਰ ਝਗੜਾ ਆਇਆ, ਇਹਨੂੰ ਜ਼ਿਹਨ 'ਚ ਰੱਖਿਆ। ਇਹਨੇ ਅਲੀ ਰਜ਼ਾ ਨੇ ਬੰਦਾ ਮੰਗਵਾ ਲਿਆ ਖਾਨੇਵਾਲ ਤੋਂ। ਅੱਛਾ, ਬੇਟੇ ਨੇ ਤੁਹਾਡੇ? ਬੇਟੇ ਨੇ। ਅੱਛਾ, ਕਦੋਂ? ਇਹ ਇਸ ਵਾਕਿਆ ਤੋਂ ਕੋਈ 8 ਦਿਨ ਪਹਿਲੇ ਕੇ 10 ਦਿਨ। ਠੀਕ ਹੈ। ਸਾਡਾ ਪੱਠਾ ਬਾਤ ਹੈ, ਬੰਦੇ ਨੇ ਅਸੀਂ ਇੱਕ ਸੱਪ ਪਾਲਿਆ। ਸੱਪ ਪਾਲਿਆ ਔਰ ਇੰਨੀ ਕੋਈ ਦੀ ਖਿਦਮਤ ਅਸੀਂ ਕਰੀ, ਜੋ ਅਸੀਂ ਦੁੱਧ ਪੀਣਾ ਉਹਨੂੰ ਵੀ ਸਾਮਾਨ ਉਵੇਂ ਦੇਣਾ, ਮੱਖਣ ਨਾਲ ਰੋਟੀ ਦੇਣੀ, ਸਲਾਦ ਨਾਲ ਮੰਗਦਾ ਸੀ। ਅਸੀਂ ਮੈਨੂੰ ਸਲਾਦ ਦਿਓ, ਗਰਮੀ ਨਾਲ ਮੈਨੂੰ ਗਰਮੀ ਨੂੰ ਫਾਲਸੇ ਦਾ ਜੂਸ ਪਿਆਓ, ਹੁਣ ਦੁੱਧ ਸੋਡਾ ਪਿਆਉਂਦੇ ਰਹੇ। ਅੱਛਾ, ਉਹਨੇ ਸਾਨੂੰ ਆਹ ਸਿਲਾ ਦਿੱਤਾ। ਸਿਰਫ ਬੇਟਾ ਬਹਾਦਰ ਵੀ ਸੀ ਇਹ ਉਹ, ਲੇਕਿਨ ਉਹ ਮਜ਼ਾਮਤ ਵੀ ਕਰ ਸਕਦਾ ਸੀ, ਫੜ ਸਕਦੇ ਤੇ ਫਿਰ ਉਹ ਮਾਰ ਨਹੀਂ ਸਿਖਾਉਂਦਾ। ਇਹਦੇ ਰੰਗੇ ਇੱਕ ਹੋਰ 2 ਵੀ ਹੁੰਦੇ ਤੇ ਨਹੀਂ ਸਿਖਾਉਂਦਾ। ਉਹ ਕਿਤੇ ਸਿਗਰਟ ਪੀ ਰਿਹਾ, ਇਹਨੇ ਪਿੱਛੋਂ ਮਾਰਿਆ ਹੋਏਗਾ। ਵੇਖਿਆ ਉੱਥੇ ਸਿਗਰਟ ਵੀ ਪਈ ਸੀ ਬਾਰ ਵਕਤ, ਉੱਥੇ ਨੇ ਪਿੱਛੋਂ ਕਈ ਮਾਰੀ, ਕਈ ਪਹਿਲੀ ਉਹਨੂੰ ਕਾਰੀ ਲੱਗੀ ਐਸਾ। ਉਸ ਤੋਂ ਬਾਅਦ ਉਹਨੂੰ ਉਸ ਤੋਂ ਹਾਸ ਨਹੀਂ ਰਿਹਾ। ਉਸ ਦਿਨ ਵਕੂ ਆਇਆ, ਉਹਨੂੰ ਮੈਂ ਰੋਟੀ ਦੇ ਕੇ ਭੇਜਿਆ। ਮੈਂ ਕੁਦਰਤੀ ਕਿਵੇਂ ਦੇ ਹੋ ਜੀ ਕੁਝ ਹੁੰਦਾ। ਉਦੋਂ ਮੇਰੇ ਜ਼ਾਹਿਰੀ ਗੱਲ ਹੈ, ਉਹਨਾਂ ਨੂੰ ਨਾਲ ਲਿਆ, ਬੇਟਾ ਮੇਰਾ ਆਇਆ। ਮੈਂ ਕਿਹਾ ਚੱਲ ਅਸੀਂ ਫੇਰਾ ਮਾਰਨ ਚੱਲਦੇ ਹਾਂ ਕਿ ਕਿੰਨਾ ਕੁ ਪਿਆ ਲੈਣਾ, ਕੀ ਕਰਦੇ ਨੇ। ਇਹਨੇ ਸਵੇਰੇ ਡਿਊਟੀ ਟੁਰ ਜਾਣਾ, ਤੇ ਮੈਂ ਕਿਹਾ ਵੀ ਇਹ ਥੋੜ੍ਹੀ ਜਿਹੀ ਪਿਆ ਕੇ ਆ ਜਾਂਦੇ ਨੇ। ਇਹ ਸਾਰਾ ਉੱਥੇ ਗਿਆ ਤੇ ਉੱਥੇ ਉੱਚੀ ਜਿਹੀ ਆਵਾਜ਼ ਆਉਂਦੀ ਪਈ, ਢੋਲਾ ਪਿਆ। ਸਾਡੇ ਜਾਂਦਿਆਂ ਨੂੰ ਕਤਲ ਹੋਇਆ। ਮਤਲਬ ਤੁਸੀਂ ਜਦੋਂ ਪਹੁੰਚੇ ਉਦੋਂ ਕਤਲ ਕਰ ਹੀ ਰਿਹਾ ਸੀ? ਕਰ ਰਿਹਾ ਸੀ। ਅੱਛਾ, ਫਿਰ ਕਈਆਂ ਦੇ ਨਾਲ ਮਾਰ ਰਿਹਾ? ਕਈਆਂ ਮਾਰ। ਅੱਛਾ, ਉਸ ਤੋਂ ਬਾਅਦ ਮੇਰੇ ਤਾਂ ਸ਼ੋਅ ਆ ਸੀ, ਗੁੰਮ ਹੋ ਗਿਆ। ਫਿਰ ਜਿਵੇਂ ਪਤਾ ਲੱਗਾ ਥਾਣੇ ਤੋਂ ਆ ਗਈ, ਲੋਕ ਸਾਰੇ इकट्ठे हो गए। भज गया था देख के मुलज़म फौरी? उससे सवाल किया कि तुमने गड़ा बना लिया, उसे कत्ल कर दिया, उसके बाद उसमें तदफीन करनी थी, तो कहता है मेरे ज़हन में ख्यालात आने लगे और बार बार मकतूल के भाई शेर हसन का नाम लेता है और कहता है कि मैं हवेली चला गया, वहाँ पे जाके इसने दूध निकाला है, जो भी जानवरों से लिया है दूध लेने के बाद उसके वालिद से भी मिला और वालिद को कहा कि वो ज़रा मोटर बंद करके या पानी बंद करके आ रहा है। तो कहता है इस दौरान क्या हुआ है कि वो उधर को गए हैं और उन्हें अपने बच्चे नज़र नहीं आया। तो कहता है फिर आ गया है। फिर कहता है मैंने उसी टाइम फिर फ़ोन कर दिया उसके बाद इसके भाई को, शेर हसन को, कि ये पूछो अपने वालिद से कि कुछ हुआ है। कहता फिर मैंने उससे बताया कि मैंने ये कत्ल की वारदात कर दी है और उसके बाद ये जंगल में चला गया है। ये हकाइक है इस बात में? इसमें हकीकत है, उसने जो मकतूल था उसके भाई को कॉल की थी। अच्छा, कि मैंने आपके भाई को, इसको शक हुई रहा था कि इसके वाले साहब को पता लग गया है। अच्छा, अब वो इसका भाई और इसका अपना मकतूल का वालिद, मुलज़म का भाई और मकतूल का वालिद, हाँ यही बता। ये वो ना दोनों गए थे, मेरा बेटा अभी तक इधर नहीं आया, उसे भी कुछ शक गुजरा था, तो इसने फौरी उसके भाई को बता दिया था। अच्छा, हाँ सब बता दिया था। कहता है मैं पहले भी 2016-17 में भी उसके भाई से फ़ोन पे बताता रहा या मिल के बताता रहा कि वो कोशिश करता है जो मकतूल है इसके साथ कोई गलत काम की। इस तरह के हकाइक है इसमें? नहीं, इसमें कोई हकीकत नहीं है। अच्छा, ये कहानी गाइड ली है इसने गाइडलाइन ली है कि ये बहुत शातिर आदमी है, इसने गाइडलाइन ली है। ये बिला वजह इल्जाम तराशी कर रहा है, ये मैं इस कत्ल से निकल जाऊंगा किसी, ये बयान दे के बचने की कोशिश कर रहा है। और इसमें मजीद भी वो बातें करता है और भी स्टोरियां सुनाता है कि जब ये कत्ल की वारदात करने के बाद ये जंगल में फरार हो गया था, फिर इसने दोबारा फ़ोन किया है उनको कि मैं आ जाऊँ आपके घर आ जाऊँ, तो उन्होंने कहा यहाँ पे ना आओ, आप थाने चले जाओ या
पर 2 दिन बाद चले जाना, ऐसे भी कोई तफ्तीश में बात सामने आई है? ये नहीं, ऐसे बात है कि इसने उसके भाई को कॉल की है, वो धमकियां दी हैं इसने, मेरे से सुलह कर लो वरना आपको भी मार दूंगा। जुदा था, उसको क्या ज़रूरत थी मतलब इस तरह का? और मैंने इससे ये भी पूछा है कि अगर ये मामला था ये कहता है 1 साल पहले मैंने इनकी मुलाजमत शुरू की है, तो 2016 में तो उसकी शादी भी नहीं हुई थी, 17 में इसके बकौल शादी हुई है, उसके बच्चे भी हैं, तो फिर इसने क्यों नौकरी की उसके मतलब? मैंने पूछा है इससे, तो फिर कहता है मैंने तो शेर हसन जो इसका भाई है उसने कहा है कि तूने मेरे साथ ये नौकरी करनी है, इसका कोई लेना देना नहीं है। शेर हसन तो यहाँ पे होता भी नहीं है, वो तो मुलाजिम है, कांस्टेबल है बेचारा, महकमे पुलिस में नौकरी कर रहा है। ये 2 ही भाई थे, ये इल्ज़ाम लगा रहा है बिला वजह, सोची समझी किसी ने पढ़ाया होगा ऐसे ही भी, ऐसे इल्ज़ाम लगा दो कि इस केस से बच निकलेंगे। क्या ये इल्जामात इस केस से इससे बचा सकते हैं? अपनी तरफ से ये कह रहा है कि मैंने अपनी हिफाजत में ये सारा कदम उठाया है, तो क्या ये चीज़ें इसे बचा सकती हैं इस कत्ल की वारदात से, इसे सजा होने से? ये अकेले ही कातिल है, इसने कहाँ छोड़ना है, तमाम सबूत इसके खिलाफ है, आला कत्ल भी बरामद है, कोई चीज़ ऐसे छोड़, तमाम शहादतें अदालत में देंगे इंशाल्लाह, सज़ाए मौत होगा, सजाए मौत होगा, कैफरे किरदार तक आप इसे पहुंचाएंगे बिल्कुल। अक्सर औकात मुद्दई मुकदमा भी जो सुलह सफाई कर लेते हैं, तो उसमें तो फिर कोई गुंजाइश नहीं बचती ऐसे मुल्ज़मान को कैफरे किरदार तक पहुंचाने के लिए। वो तो मुद्दई की मर्जी है ना, हम उसमें तो नहीं कर सकते, हम तो शहादतें जो इकट्ठी की हैं, आला कत्ल बरामद किया है, इसके जो बयानात हैं उसकी रोशनी में हम इनको सजाए मौत कराएंगे। फरमान है कि जेड़ा किसी ने नेकी करे तो उनके शर तो बचो, साडे नाल जुल्म कीता उन्हें, तो दुख बढ़ाया ਤੁਹਾਡੇ ਹੈ ਕੋਈ ਹੋਰ ਕਰਦਾ, ਮੈਨੂੰ ਦੁੱਖ ਨਹੀਂ ਸੀ, ਪੁੱਤਰ ਤਰ੍ਹਾਂ ਪਾਲਿਆ ਇਹਨੂੰ ਤੇ ਜ਼ੁਲਮ ਕੀਤਾ, ਬੜਾ ਵੱਡਾ ਜ਼ੁਲਮ ਕਰਤਾ। ਇਹ ਕਦੋਂ ਤੋਂ ਤੁਹਾਡੇ ਨਾਲ ਹੈ ਮੁਲਾਜ਼ਮ? ਇਹ ਸਾਰੇ ਅਸਲ ਤੇ ਕਿ ਇਹਨੂੰ ਦਾੜੀ ਮੁੱਛ ਨਹੀਂ ਸੀ, ਬੱਚਾ ਸੀ ਉਦੋਂ ਸਾਡੇ ਨਾਲ ਮੁਲਾਜ਼ਮ ਨਹੀਂ ਸੀ, ਤੇ ਉਹ ਸਾਡੇ ਨਾਲ ਸੀ, ਇਹਨਾਂ ਦੇ ਮਾਲ ਡੰਗਰ ਪੱਟੇ ਪੁੱਟੇ ਸਾਡੇ ਕੋਲ ਲੈ ਜਾਣਾ ਸੀ, ਕੋਈ ਨੌਕਰ ਵੀ ਰੱਖ ਲੈਣਾ, ਇਹਨੇ ਨਾਲ ਰਾਲ ਦੇਣਾ। ਉਹ ਫਿਰ ਜਦੋਂ ਨਾ ਇੱਕ ਮੇਰੇ ਕੋਲ ਬੇਲਦਾਰ ਦਾ ਮੁੰਡਾ ਸੀ ਨੌਕਰ, ਉਹਦਾ ਐਕਸੀਡੈਂਟ ਹੋਇਆ, ਉਹ ਫੌਤ ਹੋ ਗਿਆ ਸੀ, ਟਰਾਲੀ ਵੱਜੀ ਇੱਥੇ ਸਿਰਕਪੁਰੀ। ਸਹੀ। ਉਹ ਫਿਰ ਇਸ ਤੋਂ ਅਸੀਂ ਇਹਨੂੰ ਪੱਕਾ ਰੱਖ ਲਿਆ, ਚਲੋ ਯਾਰ ਤੂੰ ਭਾਈ ਰੱਖ, ਅਸੀਂ ਮੁਲਾਜ਼ਮ ਆ, ਇਹ ਬੱਚਾ ਮੇਰਾ ਮੁਲਾਜ਼ਮ ਸੀ ਜ਼ਰਾਈ ਬੈਂਕ 'ਚ। ਸਹੀ, ਜ਼ਰਾਈ ਬੈਂਕ 'ਚ ਮੁਲਾਜ਼ਮਤ ਕਰਦਾ ਸੀ। ਛੋਟਾ ਮੇਰਾ ਬੇਟਾ ਪੁਲਿਸ 'ਚ। ਕਿੰਨੇ ਬੱਚੇ? 2 ਬੱਚੇ। 2 ਬੱਚੇ। ਇਹ ਵੱਡਾ ਬੇਟਾ ਸੀ? ਇਹ ਵੱਡਾ ਬੇਟਾ ਸੀ। ਇਹਦੇ ਸਿਰ ਤੇ ਸਾਰੀ ਗੇਮ ਸੀ। ਮੇਰਾ ਸਾਰਾ 12-14 ਏਕੜ ਦੀ ਭਾਈ ਟਰੈਕਟਰ ਇਹ ਚਲਾ ਲੈਂਦਾ ਸੀ, ਗੱਡੀ ਇਹ ਚਲਾ ਲੈਂਦਾ, ਸਾਨੂੰ ਵਾਲ ਹੀ ਨਹੀਂ ਸੀ ਆਉਂਦਾ। ਇਹਦੇ ਸਾਰਾ ਹੁਣ ਸਾਡਾ ਸਾਰਾ ਕੁਝ ਉੱਥੇ ਬਹਿ ਗਿਆ, ਡੰਗਰ ਡੁੰਗਰ ਪਿਛਾਂ ਲੈ, ਕੋਈ ਪੱਟੇ ਪਾਉਣ ਵਾਲਾ ਨਹੀਂ ਰਹਿ ਗਿਆ, ਸਹੀ ਵਿਖੇ ਰੂਬੇ ਹੋ ਗਿਆ। ਹਰ ਸ਼ਾਇਦ ਹੁਣ ਸਾਡੀ ਬੇਸ ਤੋਂ ਅਸੀਂ ਇੰਜ ਹੋਇਆ ਕਿ ਇੱਕ ਪਹਾੜੀ ਤੋਂ ਨਾ ਬੰਦਾ ਕੋਈ ਮਿਹਨਤ ਨਾਲ ਕੋਈ ਚੀਜ਼ ਉੱਤੇ ਜਾਂਦਾ ਹੈ ਨਾ, ਉਹ ਤੋਂ ਉਹਨੇ ਕੋਈ ਛੁੱਟ ਜਾਂਦੀ ਤੇ ਜ਼ੀਰੋ ਤੇ ਆ ਗਿਆ। ਇਸ ਬੰਦੇ ਦੀ ਵਜ੍ਹਾ ਸਾਰਾ ਖਾਨਦਾਨ ਮੁਤਾਸਰ ਹੋਇਆ, ਅੱਗੋਂ ਬੇਵਾ ਇੱਕ ਘਰ, ਬੱਚੇ ਛੋਟੇ ਛੋਟੇ, ਦੁੱਖ ਬੜਾ ਹੋਇਆ। ਦੁੱਖ ਇਹ ਹੋਇਆ ਕਿ ਕੋਈ ਦੁਸ਼ਮਣ ਕਰਦਾ ਜਾਂ ਕਿਸੇ ਨਾਲ ਜ਼ਿਆਦਤੀ ਕੀਤੀ ਹੁੰਦੀ, ਜਾਂ ਅਸੀਂ ਆਦੇ ਵੀ ਜਾਂ ਗਰ ਦਾ ਮਸਲਾ ਜਾਂ ਕੋਈ ਇਹੋ ਜਿਹੇ 100 ਗੱਲਾਂ ਹੁੰਦੀਆਂ, ਸਾਨੂੰ ਦੁੱਖ ਨਹੀਂ ਸੀ, ਲੇਕਿਨ ਇੱਕ ਬੇਗੁਨਾਹ ਨਾਲ ਕੀਤਾ, ਨਾ ਹੱਕ ਕਤਲ ਕਰਤਾ ਹੋਇਆ, ਉਹਦਾ ਬੜਾ ਦੁੱਖ ਹੋਇਆ। ਔਰ ਵਜ੍ਹਾ ਕੀ ਸੀ ਅਸਲ 'ਚ ਵੱਡੇ ਹੋ? ਵਜ੍ਹਾ ਇਹ ਬੰਦਾ ਰੱਖਣ ਦੀ ਕਿ ਬੰਦਾ ਰੱਖ ਲਿਆ ਮੇਰੀ ਜਗ੍ਹਾ ਤੇ, ਉਹਨੇ 2-3 ਵਾਰੀ ਉਹਨੂੰ ਫੜ ਲਿਆ ਕਿ ਚੋਰੀ ਤੇ ਦਬਾਇਆ ਹੋਣਾ, ਕੋਈ ਖਾਸ ਵਜ੍ਹਾ ਨਹੀਂ ਆ ਕਿ ਵੀ ਐਸੀ ਕੋਈ